ਸਤਿ ਸ਼੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੈਸਿੰਗ ਆਡੀਓ ਟੀਮ ਦੇ ਵੱਲੋਂ ਆ। ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਸਮਰੱਥ ਮਾਰਗ ਯਾਨੀ ਸੱਚਾ ਮਾਰਗ ਦੇ ਬਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਾ ਲਿਖਦੇ ਨੇ, ਵਿਵੇਕ ਖੇਤਰ ਦੀ ਆਤਮਾਵਾਂ ਨੇ ਪ੍ਰਿਥਵੀ ਲੋਕ ਵਿੱਚ ਕਈ ਕ੍ਰੀਏਸ਼ਨ ਕੀਤੀਆਂ, ਲੇਕਿਨ ਜੇ ਕੋਈ ਇਹ ਸੋਚਦਾ ਕਿ ਮੇਰੀ ਰਚਨਾ ਹੀ ਸਭ ਤੋਂ ਬੈਸਟ ਹੈ ਤੇ ਤੁਰੰਤ ਹੀ ਦੂਜੀ ਆਤਮਾ ਕੋਈ ਨਵਾਂ ਨਿਯਮ ਨਵੀਂ ਕ੍ਰੀਏਸ਼ਨ ਕਰ ਲੈਂਦੀ। ਇਸ ਤਰ੍ਹਾਂ ਇਸ ਕੰਪੀਟੀਸ਼ਨ ਨੇ ਬਹੁਤ ਹੀ ਸੀਰੀਅਸ ਰੂਪ ਲੈ ਲਿੱਤਾ, ਜਿਸ ਦੇ ਕਾਰਨ ਇਹ ਸਾਰਾ ਅਰੇਂਜਮੈਂਟ ਜੋਇਫੁਲ ਨਾ ਰਹਿ ਕੇ ਐਫਰਟਫੁਲ ਤੇ ਮੁਸ਼ਕਿਲ ਹੋ ਗਿਆ। ਵਿਵੇਕ ਖੇਤਰ ਦੀ ਆਤਮਾਵਾਂ ਨੂੰ ਇਹ ਪੱਕੇ ਤੌਰ ਤੋਂ ਪਤਾ ਸੀ ਕਿ ਦੋਨੋਂ ਖੇਤਰ ਦੀ ਆਤਮਾ ਬਰਾਬਰ ਸ਼ਕਤੀ ਵਾਲੀ ਹਨ, ਲੇਕਿਨ ਸਵੱਛੰਦ ਖੇਤਰ ਦੀ ਆਤਮਾ ਆਪਣੇ ਦੁਆਰਾ ਕੀਤੀ ਗਲਤੀਆਂ ਦੇ ਕਾਰਨ ਹੀ ਅਗਿਆਨਤਾ ਵਿੱਚ ਜੀ ਰਹੀਆਂ ਹਨ, ਉਹਨਾਂ ਦੇ ਕੰਟਰੋਲ ਵਿੱਚ ਰਹਿ ਰਹੀਆਂ ਹਨ। ਜਦ ਉਹ ਆਤਮਾ ਸਵੱਛੰਦ ਖੇਤਰ ਵਿੱਚ ਫਿਜ਼ੀਕਲ ਬਾਡੀ ਵਿਕੇਟ ਹੋਣ ਦੇ ਬਾਅਦ ਕਰਮ ਸਿਧਾਂਤ ਦੀ ਰੂਪ ਰੇਖਾ ਨੂੰ ਦੇਖਣਗੀਆਂ, ਤਦ ਉਹਨਾਂ ਨੂੰ ਆਪਣੀ ਵਿਗਿਆਨ ਤੇ ਚਤੁਰਾਈ ਦੀ ਅੱਛੀ ਸਮਝ ਹੋਣ ਦੇ ਕਾਰਨ ਉਹ ਸਭ ਆਪਣੀ ਗਲਤੀਆਂ ਦਾ ਅਹਿਸਾਸ ਕਰਕੇ ਐਕਸੈਪਟ ਕਰਕੇ ਉਹਨੂੰ ਸੁਧਾਰਨਾ ਚਾਹਣਗੀਆਂ। ਇਸ ਲਈ ਉਹ ਫਿਰ ਤੋਂ ਸਵੱਛੰਦ ਖੇਤਰ ਵਿੱਚ ਵਾਪਸ ਆਉਣਾ ਸ਼ੁਰੂ ਕਰਕੇ ਉਹ ਆਤਮਾਵਾਂ ਦੇ ਪਰਿਵਰਤਿਤ ਹੋਣ ਦੇ ਕਾਰਨ ਦੂਜੇ ਗ੍ਰਹਿ ਦੇ ਵਾਸੀ ਦੇ ਰੂਪ ਵਿੱਚ ਆ ਕਰ ਪ੍ਰਿਥਵੀ ਲੋਕ ਦੀ ਮਦਦ ਕਰਨ ਦਾ ਪਰਪਸ ਰੱਖਦੀਆਂ ਨੇ। ਉਹਨਾਂ ਦੀ ਦੱਸਣ ਦੀ ਪ੍ਰਕਿਰਿਆ ਨਿਰਭੈਤਾ ਐਵਮ ਪ੍ਰਤਿਭਾਪੂਰਨ ਹੋਣ ਦੇ ਕਾਰਨ ਆਪਣੇ ਦੁਆਰਾ ਜਾਣੇ ਗਏ ਸੱਚਾਈ ਨੂੰ, ਗਿਆਨ ਨੂੰ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਇਸ ਤਰ੍ਹਾਂ ਦੀ ਆਤਮਾ ਜ਼ਿਆਦਾਤਰ ਪੱਛਮ ਦੇਸ਼ਾਂ ਦੇ ਵਿੱਚ ਜਨਮ ਲੈਂਦੀਆਂ ਹਨ। ਗੁੱਡ ਸੋਸ਼ਲ ਐਂਡ ਫਾਈਨੈਂਸ਼ੀਅਲ ਕੰਡੀਸ਼ਨਸ ਦੇ ਕਾਰਨ ਇਸ ਤਰ੍ਹਾਂ ਦੀ ਗਿਆਨ ਤੇ ਸੱਚਾਈਆਂ ਦਾ ਵਿਸਤਾਰ ਕਰਨ ਲਈ ਵੈਸਟਰਨ ਕੰਟਰੀਜ਼ ਕਾਫੀ ਸੁਟੇਬਲ ਹੈਗੀਆਂ। ਇਸ ਲਈ ਨਿਊ ਏਜ ਓਪੀਨੀਅਨ ਦਾ ਅਸਰ ਵੈਸਟਰਨ ਕੰਟਰੀਜ਼ ਵਿੱਚ ਜ਼ਿਆਦਾ ਹੋਣ ਦੇ ਕਾਰਨ ਉੱਥੋਂ ਹੀ ਪੂਰੇ ਸੰਸਾਰ ਵਿੱਚ ਫੈਲ ਰਿਹਾ ਹੈਗਾ। ਹੁਣ ਤੁਸੀਂ ਪੁੱਛੋਗੇ ਕਿ ਦੋ ਤਰ੍ਹਾਂ ਦੇ ਦੋ ਖੇਤਰਾਂ ਦੀ ਕੀ ਲੋੜ ਹੈਗੀ? ਦੋਨੋਂ ਵਰਗ ਇੱਕ ਹੀ ਖੇਤਰ ਵਿੱਚ ਰੱਖਾਂਗੇ ਤੇ ਗਿਆਨ ਦੇ ਅਰਥ ਨੂੰ ਸਮਝਣ ਦੀ ਸ਼ਕਤੀ ਵੱਧ ਕੇ ਆਤਮਾ ਦੀ ਪ੍ਰਗਤੀ ਛੇਤੀ ਹੋਣੀ ਚਾਹੀਦੀ ਹੈ। ਸ਼ੁਰੂ ਵਿੱਚ ਦੋਨੋਂ ਵਰਗ ਇੱਕ ਹੀ ਖੇਤਰ ਵਿੱਚ ਸਨ, ਪਰ ਉਹਨਾਂ ਦੀ ਸੋਚ ਪ੍ਰਕਿਰਿਆ ਵੱਖਰੀ ਹੋਣ ਦੇ ਕਾਰਨ ਉਹ ਇੱਕ ਦੂਜਿਆਂ ਨੂੰ ਫੋਰੇਨਰਸ ਵਕਨ ਵੇਖਣ ਲੱਗੇ। ਇਸ ਤਰ੍ਹਾਂ ਦੀ ਸਾਰੀ ਗੜਬੜੀ ਤੇ ਕਨਫਿਊਜ਼ਨ ਨੂੰ ਦੂਰ ਕਰਨ ਲਈ ਸ਼ੁਰੂ ਵਿੱਚ ਦੋ ਵੱਖਰੇ ਖੇਤਰ ਰਚੇ ਗਏ, ਪਰ ਹੁਣ ਅਣਜਾਣੇ ਹੀ ਇੱਕ ਵਰਗ ਦੂਜੇ ਵਰਗ ਦੀ ਤਰੱਕੀ ਲਈ ਮਿਲ ਜੁਲ ਕਰ ਰਹਿ ਰਹੇ ਨੇ। ਹੁਣ ਇਹ ਵੀ ਪ੍ਰਸ਼ਨ ਉੱਠਦਾ ਹੈ ਕਿ ਅਸੀਂ ਕਰਮ ਚੱਕਰ ਦੇ ਬੰਦੀ ਕਿਉਂ ਹਾਂ? ਸ਼ੁਰੂ ਵਿੱਚ ਸਵੱਛੰਦ ਯਾਨੀ ਫ੍ਰੀ ਵਿਲ ਖੇਤਰ ਵਾਲੇ ਦੁੱਖ ਦੇ, ਪ੍ਰੀਤੀ ਦੇ ਤੇ ਅਟੈਚਮੈਂਟ ਦਾ ਹੀ ਅਨੁਭਵ ਕਰਦੇ ਸਨ। ਸਾਰੇ ਇੱਕ ਦੂਜੇ ਨਾਲ ਪ੍ਰੇਮ ਤੇ ਆਪਣੇਪਨ ਨਾਲ ਰਹਿੰਦੇ ਸਨ। ਜੇ ਉਹਨਾਂ ਦਾ ਕੋਈ ਆਪਣਾ ਫਿਜ਼ੀਕਲ ਬਾਡੀ ਵਿਕੇਟ ਕਰਕੇ ਦੂਜੇ ਲੋਕ ਵਿੱਚ ਜਾਂਦਾ ਸੀ, ਉਹਦੇ ਸਾਰੇ ਰਿਸ਼ਤੇਦਾਰ ਬਹੁਤ ਦੁਖੀ ਹੁੰਦੇ ਸਨ। ਦੂਜੇ ਲੋਕ ਉਹਨਾਂ ਨੂੰ ਸਾਂਤਵਨਾ ਦੇ ਕੇ ਸਮਝਾਉਂਦੇ ਸਨ। ਪ੍ਰਿਥਵੀ ਲੋਕ ਬਹੁਤੇ ਸੁੰਦਰ ਐਵਮ ਸੁਖ ਸਾਧਨ ਨਾਲ ਸਮਰਿੱਧ ਹੋਣ ਦੇ ਕਾਰਨ ਸਭ ਤੋਂ ਖਾਸ ਲੋਕ ਹੈਗਾ। ਸਭੀ ਆਤਮਾ ਇੱਥੇ ਜਨਮ ਲੈਣ ਲੱਗੀਆਂ, ਪਰ ਇੱਥੇ ਮਿਲ ਜੁਲ ਕਰ ਜੀਣ ਦੇ ਬਜਾਏ ਉਹਨਾਂ ਦੇ ਵਿੱਚ ਆਪਣੀ ਪਰਸਨਲ ਪ੍ਰੋਪਰਟੀ ਬਣਾਉਣ ਦਾ ਭਾਵ ਪੈਦਾ ਹੋਇਆ। ਸਭ ਤੋਂ ਪਹਿਲੇ ਇਹ ਭਾਵਨਾ ਆਪਣੇ ਪ੍ਰਿਯਜਨ ਤੇ ਰਿਸ਼ਤੇਦਾਰਾਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਸ਼ੁਰੂ ਹੋਈ, ਕਿੰਤੂ ਥੋੜ੍ਹੇ ਕਾਲ ਬਾਅਦ ਉਹਨਾਂ ਦੇ ਵਿੱਚ ਲਾਲਚ ਜਗ ਗਿਆ। ਇਸ ਦੇ ਕਾਰਨ ਈਰਸ਼ਾ, ਦਵੇਸ਼, ਕ੍ਰੋਧ, ਭੈ, ਸਵਾਰਥ, ਕਰੂਰਤਾ ਤੇ ਡਿਪਰੈਸ਼ਨ ਆਦਿ ਸ਼ੁਰੂ ਹੋਇਆ। ਇਨ ਸਭ ਦੋਸ਼ਾਂ ਦਾ ਮੂਲ ਕਾਰਨ ਕੇਵਲ ਇੱਛਾਵਾਂ ਹੀ ਹਨ। ਇਸ ਲਈ ਆਪਣੀ ਇੱਛਾਵਾਂ ਤੇ ਦੋਸ਼ ਤੋਂ ਮੁਕਤ ਹੋ ਕੇ ਪਵਿੱਤਰ ਜੀਵਨ ਜੀ ਸਕਦੇ ਹਾਂ। ਇਹਨਾਂ ਦੇ ਵਿੱਚ ਫਸ ਕੇ ਤੋਂ ਸਭ ਕੁਝ ਖੋਣ ਦਾ, ਸਭ ਚੀਜ਼ਾਂ ਤੋਂ ਵੰਚਿਤ ਰਹਿਣ ਦਾ ਡਰ ਪੈਦਾ ਹੁੰਦਾ ਹੈ, ਜਿਹੜਾ ਆਤਮਾ ਦੀ ਪ੍ਰਗਤੀ ਦਾ
ਸਭ ਤੋਂ ਵੱਡਾ ਦੁਸ਼ਮਣ ਹੈਗਾ। ਡਰ ਨੂੰ ਕੋਈ ਵੀ ਕਦੀ ਵੀ ਚੰਗੀ ਤਰ੍ਹਾਂ ਨਹੀਂ ਸਮਝ ਪਾਇਆ। ਮਿਸਾਲ ਲਈ, ਕਿਸੇ ਦੇ ਕੋਲ ਅਪਾਰ ਧਨ ਸੰਪਤੀ ਹੈਗੀ, ਪਰ ਫਿਰ ਵੀ ਉਹ ਹਰ ਸਮੇਂ ਔਰ ਪੈਸਾ ਕਮਾਉਣ ਦੇ ਚੱਕਰ ਵਿੱਚ ਰਹਿੰਦਾ ਹੈ। ਕਿਉਂ? ਇਹਦਾ ਕਾਰਨ ਹੈਗਾ ਕਿ ਉਹਨੂੰ ਸਦਾ ਹੀ ਖੋਣ ਦਾ ਡਰ ਲੱਗਾ ਰਹਿੰਦਾ ਹੈ ਔਰ ਵਰਤਮਾਨ ਨੂੰ ਨਾ ਜੀ ਕੇ ਕੋਲੂ ਦੇ ਬੈਲ ਦੀ ਤਰ੍ਹਾਂ ਹੀ ਪਿਸਦਾ ਹੋਇਆ ਧਨ ਕਮਾਉਣ ਨੂੰ ਹੀ ਮਹੱਤਤਾ ਦੇ ਕੇ ਔਰ ਜਮ੍ਹਾਂ ਕਰਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਪ੍ਰੇਮ ਵਿਵਾਹ ਵੀ ਹੁੰਦੇ ਹਨ ਜਿਹੜੇ ਸ਼ੁਰੂ ਵਿੱਚ ਆਪਸੀ ਪਿਆਰ ਮੁਹੱਬਤ ਹੁੰਦੀ ਹੈ, ਉਹ ਬਾਅਦ ਵਿੱਚ ਗਾਇਬ ਹੋ ਕੇ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਹਨ। ਸ਼ੁਰੂ ਵਿੱਚ ਤੇ ਬਹੁਤ ਪਿਆਰ ਮੁਹੱਬਤ ਮਿਲਣ ਦੇ ਕਾਰਨ ਪਤਨੀ ਨੂੰ ਇਹ ਡਰ ਸਤਾਉਣ ਲੱਗਦਾ ਹੈ ਕਿ ਹਸਬੈਂਡ ਮੈਨੂੰ ਸਾਰੀ ਉਮਰ ਇਸ ਤਰ੍ਹਾਂ ਹੀ ਪਿਆਰ ਨਾਲ ਮੇਰਾ ਸਾਥ ਨਿਭਾਵੇਗਾ ਜਾਂ ਨਹੀਂ, ਬੱਚਿਆਂ ਨੂੰ ਸਾਰੀ ਉਮਰ ਸੰਭਾਲ ਪਾਵੇਗਾ ਜਾਂ ਨਹੀਂ। ਜਦ ਵੱਧਦੀ ਉਮਰ ਦੇ ਨਾਲ ਮੈਂ ਪਹਿਲੇ ਦੀ ਤਰ੍ਹਾਂ ਸੁੰਦਰ ਨਹੀਂ ਰਹੀ ਤਾਂ ਵੀ ਮੈਨੂੰ ਇੰਨਾ ਹੀ ਪਿਆਰ ਦੇਵੇਗਾ। ਇਸ ਤਰ੍ਹਾਂ ਦੇ ਡਰ ਦੇ ਕਾਰਨ ਪਤੀ ਨੂੰ ਕੰਟਰੋਲ ਕਰਨ ਲਈ ਡੋਮੀਨੇਟ ਕਰਨ ਲੱਗਦੀ ਹੈ। ਉਹ ਇਹ ਭੁੱਲ ਜਾਂਦੀ ਹੈ ਕਿ ਇਸ ਤਰ੍ਹਾਂ ਪਤੀ ਦਾ ਪਿਆਰ ਨਹੀਂ ਮਿਲੂਗਾ। ਹਸਬੈਂਡ ਵੀ ਉਹਦੇ ਡਰ ਨੂੰ ਦੂਰ ਨਹੀਂ ਕਰਦਾ, ਉਲਟਾ ਮੇਲ ਈਗੋ ਦੇ ਵਿੱਚ ਆ ਕੇ ਦੋਨੋਂ ਲੜਨ ਝਗੜਨ ਲੱਗਦੇ ਨੇ। ਇਸ ਤਰ੍ਹਾਂ ਉਹ ਕਰਮ ਬੰਧਨ ਵਿੱਚ ਚੱਕਰ ਜਾਂਦੇ ਹਨ। ਆਪਣੇ ਲੈਸਨ ਨੂੰ ਸਿੱਖਣ ਲਈ ਫਿਰ ਤੋਂ ਉਹ ਹਸਬੈਂਡ ਵਾਈਫ ਬਣ ਕਰ ਬਾਰ ਜਨਮ ਲੈਂਦੇ ਰਹਿੰਦੇ ਹਨ ਜਦ ਤੱਕ ਉਹ ਅੱਛੀ ਤਰ੍ਹਾਂ ਆਪਣੇ ਲੈਸਨ ਨੂੰ ਸਿੱਖ ਨਹੀਂ ਲੈਂਦੇ। ਉਹਨਾਂ ਦਾ ਕਰਮ ਚੱਕਰ ਚੱਲਦਾ ਰਹੇਗਾ। ਇੱਕ ਲੈਸਨ ਨੂੰ ਸਹੀ ਤਰ੍ਹਾਂ ਸਿੱਖ ਲੈਣ ਦੇ ਬਾਅਦ ਉਹ ਦੂਜੇ ਐਕਸਪੀਰੀਅੰਸ ਵਾਸਤੇ ਤਿਆਰ ਹੋ ਜਾਂਦੇ ਹਨ। ਇਸ ਲਈ ਤੁਸੀਂ ਇਹ ਸਮਝੋ ਕਿ ਹਰ ਘਟਨਾ, ਹਰ ਪਰਿਸਥਿਤੀ ਜਾਂ ਹਰ ਦੁੱਖ ਦਾ ਕਾਰਨ ਜਾਂ ਇੱਕ ਹੀ ਲਕਸ਼ ਹੈਗਾ ਕਿ ਆਪਣੇ ਲੈਸਨਸ ਨੂੰ ਸਹੀ ਤਰ੍ਹਾਂ ਸਿੱਖਣ ਸਮਝਣ। ਦੋਸਤੋ, ਅੱਜ ਦੇ ਲਈ ਇੰਨਾ ਹੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਹਾਸਲ ਕਰਾਂਗੇ। ਸ਼ੁਕਰੀਆ, ਧੰਨਵਾਦ।